ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੀਓ ਨਿਰਮਲ ਬਾਰੋ ਨਿਰਮਲ, ਬਾਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ। ਸਦਾ ਰਹੈ ਗੁਰ ਨਾਲੇ, ਕਹਿ ਨਾਨਕ ਜਿਨ ਮਨ ਨਿਰਮਲ। ਸਦਾ ਰਹੈ ਗੁਰ ਨਾਲੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਇਹਨਾਂ ਪਾਵਨ ਦੀਵਾਨਾਂ ਦੇ ਅੰਦਰ ਸਤਿਗੁਰ ਕੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਜੀ ਬੜੇ ਪਿਆਰ ਬੜੀ ਇਕਾਗਰਤਾ ਦੇ ਨਾਲ ਸਰਵਨ ਕਰ ਰਹੇ ਸੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰੋਂ ਆਪ ਜੀ ਅੰਮ੍ਰਿਤ ਵਿਚਾਰ ਇਹਨਾਂ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਵਿਚਾਰ ਅਧੀਨ ਇਹ ਪਾਵਨ ਪੌੜੀ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 919 ਅੰਗ ਦੇ ਸੁਭਾਏਮਾਨ ਹੈ ਔਰ 20 ਨੰਬਰ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ। ਆਓ ਸਾਧ ਸੰਗਤ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਤਿਗੁਰ ਦੀ ਅਪਾਰ ਮਿਹਰਮਤ ਸਦਕਾ ਆਪਾਂ ਰਲ ਮਿਲ ਕੇ ਸਮਝਣ ਦਾ ਯਤਨ ਕਰਨਾ ਹੈ। ਆਪ ਜਿਤਨੇ ਤਨ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਤਿਗੁਰ ਕੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਦੇਹੋ ਆਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰ ਕੀ ਅੰਮ੍ਰਿਤ ਬਾਣੀ ਦੇ ਅੰਦਰ ਦਾਤਾਰ ਪਿਤਾ ਜੀ ਨੇ ਸਮੁੱਚੀ ਮਾਨਵਤਾ ਨੂੰ, ਸਮੁੱਚੀ ਮਨੁੱਖਤਾ ਨੂੰ ਇੱਕ ਪਰਮਾਤਮਾ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨਾਲ, ਅੰਮ੍ਰਿਤ ਗੁਣਾਂ ਨਾਲ ਜੁੜਨ ਦੀ ਤਾਕੀਦ ਕਰਦੇ ਹਨ। ਹਰ ਮਨੁੱਖ ਨੂੰ ਇਹ ਅਹਿਸਾਸ ਕਰਾਇਆ ਹੈ ਕਿ ਤੇਰਾ ਜੀਵਨ ਉਦੋਂ ਹੀ ਸਫਲਾ ਹੈ ਜਿਸ ਵੇਲੇ ਤੂੰ ਆਪਣੇ ਜੀਵਨ ਦੇ ਅੰਦਰ ਆਪਣੀ ਕਰਨੀ ਨੂੰ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਜੀਵੇਂਗਾ। ਜੋ ਜੀਵਨ ਪਰਮਾਤਮਾ ਨੇ ਸੰਸਾਰ ਵਿੱਚ ਬਖਸ਼ਿਸ਼ ਕੀਤਾ ਹੈ, ਸਾਧ ਸੰਗਤ ਇਸ ਜੀਵਨ ਨੂੰ ਜਿਉਣਾ ਹਰ ਇੱਕ ਇਨਸਾਨ ਨਹੀਂ ਹੈ, ਪਰ ਜਦੋਂ ਇਸੇ ਜੀਵਨ ਨੂੰ ਸਤਿਗੁਰ ਦੀ ਰਜ਼ਾ ਵਿੱਚ ਰਹਿ ਕੇ ਜੀਆ ਜਾਂਦਾ ਹੈ, ਫਿਰ ਇਸ ਜੀਵਨ ਨੂੰ ਜਿਉਣ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਹੈ।
ਬਾਬਾ ਕਬੀਰ ਸਾਹਿਬ ਜੀ ਦੇ ਇਹ ਅਮੋਲਕ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਵੀ ਹਾਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਇਸ ਦੁਨੀਆ ਦੇ ਅੰਦਰ ਹਰ ਕੋਈ ਬੰਦਾ, ਹਰ ਕੋਈ ਇਨਸਾਨ ਆਪਣੇ ਜੀਵਨ ਅੰਦਰ ਕੁਝ ਨਾ ਕੁਝ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ। ਬਹੁਤੇ ਸੰਸਾਰਿਕ ਜੀਵਾਂ ਦੀ ਦੌੜ ਜਿਹੜੀ ਹੈ ਉਹ ਸੰਸਾਰ ਦੇ ਪਦਾਰਥਾਂ ਵੱਲ ਹੈ, ਖਿੱਚ ਸੰਸਾਰ ਦੇ ਪਦਾਰਥਾਂ ਵੱਲ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਜੇ ਕੁਝ ਜੀਵਨ ਦੇ ਵਿੱਚ ਲੁੱਟਣਾ ਹੈ, ਕਮਾਣਾ ਹੈ, ਤੇ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜਦੋਂ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਏਗਾ, ਫਿਰ ਸਤਿਗੁਰ ਦੀ ਕਿਰਪਾ ਦੇ ਨਾਲ ਤੂੰ ਇਸ ਸੰਸਾਰ ਭਵਜਲ ਵਿੱਚੋਂ ਤਰ ਜਾਏਗਾ। ਤੇ ਤਰਨ ਦਾ ਮਤਲਬ ਸਾਧ ਸੰਗਤ ਜੀ, ਜੀਵਨ ਜਿਉਣ ਦੀ ਲਿਆਕਤ ਆ ਜਾਣਾ ਹੈ। ਕਿਉਂਕਿ ਇਹ ਜੀਵਨ ਸੰਸਾਰ ਅੰਦਰ ਜਿਹੜਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਜਿਹਨੂੰ ਮੇਰੇ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ, ਕਬੀਰ ਮਾਨੁਖ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਕਿ ਬਹੁਤ ਕੀਮਤੀ ਹੈ, ਇਹ ਤੈਨੂੰ ਵਾਰ-ਵਾਰ ਸੰਸਾਰ ਤੇ ਨਹੀਂ ਮਿਲਣਾ। ਆਪ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ ਸਾਧ ਸੰਗਤ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਕਈ ਕੋਟ ਕਈ ਕਰੋੜਾ ਸਾਲ ਪੰਖੀ ਸਰਪ ਹੋਇਓ, ਕਈ ਕੋਟ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਪਤਾ ਨਹੀਂ ਕਿੰਨਾ ਲੰਮਾ ਸਮਾਂ ਤੈਨੂੰ ਇਸ ਸੰਸਾਰ ਵਿੱਚ ਜੂਨਾ ਬਦਲਦਿਆਂ ਹੋ ਗਿਆ। ਵੇਖ ਹੁਣ ਪਰਮਾਤਮਾ ਨੇ ਤਰਸ ਕੀਤਾ ਹੈ ਕਿ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਬਹੁਤ ਜਨਮ ਪਰ ਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ, ਪਦ ਹਰ ਭਜ ਨਾਨਕ ਬਾਤ ਬਤਾਈ। ਕਿ ਬੜਾ ਸਮਾਂ, ਲੰਮਾ ਸਮਾਂ ਹੋ ਗਿਆ, ਬਹੁਤ ਜਨਮ ਦਾ ਮਤਲਬ ਹੈ ਬੜੇ ਲੰਮੇ ਸਮੇਂ ਅੰਤਰਾਲ ਵਿੱਚ, ਪਤਾ ਨਹੀਂ ਤੂੰ ਕਿੰਨੇ ਕੁ ਜਨਮ ਸੰਸਾਰ ਵਿੱਚ ਭਟਕ ਚੁੱਕਾ ਹੈ, ਕਿੰਨੇ ਕੁ ਜੀਵਨ ਲੈ ਕੇ ਜਿਨ੍ਹਾਂ ਦੀ ਤੂੰ ਸਮਾਪਤੀ ਕਰਕੇ ਹੁਣ ਇਸ ਮਨੁੱਖਾ ਜੀਵਨ ਵਿੱਚ ਆਇਆ। ਪਰਮਾਤਮਾ ਨੇ ਤੈਨੂੰ ਇਹ ਮਾਨਸ ਜਨਮ ਦਿੱਤਾ ਹੈ, ਇਸ ਜੀਵਨ ਦੇ ਵਿੱਚ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਕਰ। ਔਰ ਉਹ ਤਾਂ ਹੋਏਗੀ ਜੇ ਅੰਦਰ ਸਤਿਗੁਰ ਦਾ ਗਿਆਨ ਟਿਕ ਜਾਏਗਾ, ਜੇ ਜੀਵਨ ਦੇ ਹਰ ਕਰਮ ਵਿੱਚ ਗੁਰੂ ਦੀ ਸਿੱਖਿਆ ਨੂੰ ਆਧਾਰ ਬਣਾ ਕੇ ਚੱਲਾਂਗੇ। ਐਸਾ ਨਹੀਂ ਕਿ ਜਦੋਂ ਜ਼ਰੂਰਤ ਹੋਈ ਉਦੋਂ ਗੁਰੂ ਨਾਲ ਜੁੜ ਗਏ, ਉਦੋਂ ਸਜਦਾ ਕਰ ਦਿੱਤਾ, ਉਦੋਂ ਨਮਸਕਾਰ ਕਰ ਦਿੱਤੀ, ਤੇ ਜਿਸ ਵਕਤ ਜ਼ਰੂਰਤ ਪੂਰੀ ਹੋ ਗਈ ਉਸ ਵੇਲੇ ਗੁਰੂ ਦੇ ਨੇੜੇ ਵੀ ਆ ਕੇ ਨਾ ਟੁਕੇ। ਭਾਵ ਜਿਹੜਾ ਬੰਦਾ ਆਪਣੇ ਨਿਜ ਮਤਲਬ ਲਈ ਜਿੰਦਾ ਹੈ, ਉਹ ਬੰਦਾ ਕਦੀ ਵੀ ਸਤਿਗੁਰ ਦੇ ਸ਼ਬਦ ਵਿੱਚੋਂ ਅਗੰਮੀ ਗਿਆਨ ਦੇ ਰਾਹੀਂ ਆਪਣੇ ਅੰਦਰ ਨੂੰ ਪਵਿੱਤਰ ਨਹੀਂ ਕਰ ਸਕਦਾ। ਉਹ ਇਨਸਾਨ ਤੇ ਸੰਸਾਰ ਦੇ ਅੰਦਰ ਭਰਮ ਤੇ ਭੁਲੇਖੇ ਦੇ ਵਿੱਚ ਜੀਵਨ ਜਿਉ ਰਿਹਾ ਹੈ। ਜਿਵੇਂ ਉਹ ਸੰਸਾਰ ਦੇ ਵਿੱਚ ਲੋਕਾਂ ਨਾਲ ਸਿਆਣਪ ਕਰਦਾ ਹੈ, ਚਤੁਰਾਈ ਕਰਦਾ, ਉਵੇਂ ਰੱਬ ਨਾਲ ਵੀ ਕਰਦਾ ਹੈ। ਕਿਸੇ ਅਦੀਬ ਨੇ, ਸਿਆਣੇ ਸੱਜਣ ਨੇ ਬਹੁਤ ਪਿਆਰੇ ਬਚਨ ਲਿਖੇ ਨੇ। ਉਹ ਕਹਿੰਦਾ, ਕੋਈ ਮਨੁੱਖ ਕਿਸੇ ਇਨਸਾਨ ਦੇ ਕੋਲੋਂ, ਜਿਹੜਾ ਆਤਮਿਕ ਤੌਰ ਤੇ ਬੜਾ ਸੁਲਝਿਆ ਹੋਇਆ ਬੰਦਾ ਸੀ, ਉਹਦੇ ਕੋਲੋਂ ਆਪਣਾ ਘਰ ਘਾਟ ਸਭ ਕੁਝ ਛੱਡ ਕੇ ਚਲਾ ਗਿਆ ਵੀ ਕਿਰਪਾ ਕਰੋ ਤੁਸੀਂ ਮੈਨੂੰ ਮਾਲਕ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਿਓ। ਹੁਣ ਮੇਰਾ ਸਭ ਕੁਝ ਤੁਹਾਡੇ ਚਰਨਾਂ ਦੇ ਵਿੱਚ ਸਮਰਪਿਤ ਹੈ, ਮੈਂ ਆਪਣਾ ਸਭ ਕੁਝ ਛੱਡ ਕੇ ਆਇਆ, ਤਿਆਗ ਕੇ ਆਇਆ, ਮੈਨੂੰ ਕਿਰਪਾ ਕਰਕੇ ਹੁਣ ਆਪਣੀ ਸ਼ਰਨ ਵਿੱਚ ਲੈ ਲਓ। ਪਰ ਮੈਂ ਬੇਨਤੀ ਕਰਦਿਆਂ ਸਿਰਫ ਗੁਰਮੁਖੋ ਇਹ ਉਦਾਹਰਣ ਸਮਝਣ ਦੇ ਲਈ ਹੈ। ਸਤਿਗੁਰ ਕੀ ਅੰਮ੍ਰਿਤ ਬਾਣੀ ਜਾਂ ਗੁਰਮਤ ਦਾ ਫਲਸਫਾ ਇਹ ਨਹੀਂ ਹੈ ਵੀ ਬੰਦਾ ਸਭ ਕੁਝ ਤਿਆਗ ਕੇ ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਲਈ ਜਾਏ। ਸਤਿਗੁਰ ਤੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਘਰ ਹੀ ਬੈਠਿਆਂ ਸ਼ੋ ਪਾਈਐ, ਜੇ ਨੀਅਤ ਰਾਸ ਕਰੇ। ਜੇ ਤੇਰੀ ਨੀਅਤ ਚੰਗੀ ਹੋ ਗਈ ਹੈ ਤੇ ਸਭ ਕਹਿੰਦੇ ਨੇ ਫਿਰ ਤੈਨੂੰ ਕਿਤੇ ਭਟਕਣ ਦੀ ਜ਼ਰੂਰਤ ਨਹੀਂ, ਤੈਨੂੰ ਉਹ ਤੇਰਾ ਮਾਲਕ ਤੇਰੇ ਆਪਣੇ ਨਿਜ ਘਰ, ਹਿਰਦੇ ਘਰ ਵਿੱਚੋਂ ਮਿਲ ਜਾਏਗਾ।
ਇਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ਼ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਕਟ ਮਾਹੀ ਜੀਓ। ਬਾਹਰ ਢੂੰਡਦਿਆਂ ਤੈਨੂੰ ਬੜਾ ਲੰਮਾ ਸਮਾਂ ਹੋ ਗਿਆ, ਔਰ ਪਤਾ ਨਹੀਂ ਤੂੰ ਬਾਹਰੋਂ ਢੂੰਡਦਿਆਂ ਕਿੰਨਾ ਕੁ ਦੁਖੀ ਹੋਇਆ ਹੈ। ਸਾਹਿਬ ਦੀ ਬਾਣੀ ਕਹਿੰਦੀ ਤੈਨੂੰ ਆ ਮੈਂ ਦੱਸਾਂ, ਉਹ ਮਾਲਕ ਕਿਤੇ ਬਾਹਰ ਨਹੀਂ, ਉਹ ਤੇਰੇ ਹਿਰਦੇ ਘਰ ਵਿੱਚ ਹੀ ਹੈ। ਹੁਣ ਇਸ ਮਨੁੱਖ ਨੇ ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਮੈਂ ਸਭ ਕੁਝ ਛੱਡ ਆਇਆ, ਮੇਰਾ ਹੁਣ ਜੀਵਨ ਵੀ ਤੁਹਾਡੇ ਚਰਨਾਂ ਵਿੱਚ ਹੈ ਤੇ ਮੇਰੀ ਮੌਤ ਵੀ ਤੁਹਾਡੇ ਚਰਨਾਂ ਵਿੱਚ ਹੈ। ਹੁਣ ਮੈਨੂੰ ਆਪਣੀ ਆਗਿਆ ਵਿੱਚ ਲੈ ਲਓ, ਆਪਣੀ ਸ਼ਰਨ ਵਿੱਚ ਲੈ ਲਓ, ਜੋ ਹੁਕਮ ਕਰੋਗੇ ਮੈਂ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਕਰਾਂਗਾ। ਸੁਭਾਵਕ ਉਹ ਫਕੀਰ ਇੱਕ ਕੱਚੀ ਜੀ ਛੰਨ ਵਿੱਚ ਰਹਿੰਦਾ ਸੀ। ਜਿਸ ਦਿਨ ਉਹ ਆਇਆ ਉਸ ਦਿਨ ਬਰਸਾਤ ਬੜੀ ਪਈ, ਮੀਂਹ ਬੜਾ ਪਿਆ, ਸਾਰਾ ਦਿਨ ਮੀਂਹ ਪੈਂਦਾ ਰਿਹਾ। ਰਾਤ ਹੋਈ, ਜਿਹੜੀ ਉਹ ਕੱਚੀ ਛੰਨ ਸੀ ਉਹ ਚਿਉਣ ਲੱਗ ਪਈ, ਤੇ ਜਿਹੜਾ ਗੁਰੂ ਸੀ, ਮੁਰਸ਼ਦ ਸੀ, ਉਹ ਆਪਣੇ ਚੇਲੇ ਨੂੰ ਕਹਿੰਦਾ, ਜਿਹੜਾ ਆਇਆ ਸੀ ਸਿੱਖਿਆ ਲੈਣ ਲਈ, ਵੀ ਕੰਮ ਕਰ, ਤੂੰ ਜਵਾਨ ਹੈ, ਇਸ ਛੱਤ ਤੇ ਚੜ ਜਾ, ਛੰਨ ਤੇ ਚੜ ਜਾ, ਤੇ ਉੱਪਰ ਜਾ ਕੇ ਜਿੱਥੋਂ ਇਹ ਛੰਨ ਚਿਉਂਦੀ ਹੈ ਮਿੱਟੀ ਲੈ ਜਾ ਕੇ ਉੱਥੇ ਥੋੜਾ ਲੇਪ ਕਰ ਦੇ, ਤਾਂ ਕਿ ਉਹ ਜਿਹੜੀ ਛੰਨ ਹੈ ਚਿਉਣੀ ਬੰਦ ਹੋ ਜਾਏ। ਹੁਣ ਜਿਹੜਾ ਸੇਵਕ ਬਣ ਕੇ ਆਇਆ ਸੀ ਆਪਣੇ ਮੁਰਸ਼ਦ ਨੂੰ, ਆਪਣੇ ਗੁਰੂ ਨੂੰ ਕਹਿੰਦਾ ਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਨ ਆਇਆ, ਮੈਂ ਤੁਹਾਡੇ ਚਰਨਾਂ ਵਿੱਚੋਂ ਗਿਆਨ ਹਾਸਲ ਕਰਨ ਆਇਆ। ਮੈਂ ਚੌਂਕੜੀ ਮਾਰ ਕੇ ਬੈਠਾ, ਆਰਾਧਨਾ ਪ੍ਰਮਾਤਮਾ ਦੀ ਕਰ ਰਿਹਾ। ਮੈਂ ਹੁਣ ਆਪਣੀ ਚੌਂਕੜੀ ਛੱਡ ਕੇ ਨਹੀਂ ਜਾਵਾਂਗਾ, ਮੈਂ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗਾ ਹੋਇਆ। ਐਡਾ ਕੋਈ ਵੱਡਾ ਕੰਮ ਨਹੀਂ, ਕਿਰਪਾ ਕਰਕੇ ਇਹ ਕੰਮ ਤੁਸੀਂ ਆਪ ਹੀ ਕਰ ਲਵੋ। ਗੁਰੂ ਸਮਝ ਗਿਆ ਵੀ ਇਹ ਬੰਦਾ ਆਇਆ ਜ਼ਰੂਰ ਹੈ, ਪਰ ਇਹਦੇ ਅੰਦਰ ਪਿਆਰ ਕੋਈ ਨਹੀਂ, ਭਾਵਨਾ ਕੋਈ ਨਹੀਂ, ਅਕੀਦਾ ਕੋਈ ਨਹੀਂ। ਸੱਚ ਵਿੱਚ ਗੁਰਮਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਪਾਂ ਸਾਰੇ ਆਉਂਦੇ ਹਾਂ। ਸੰਸਾਰ ਦੀਆਂ ਦਾਤਾਂ ਗੁਰੂ ਦੇ ਚਰਨਾਂ ਵਿੱਚੋਂ ਮੰਗਦੇ ਹਾਂ, ਸੰਸਾਰ ਦੇ ਪਦਾਰਥ ਗੁਰੂ ਦੇ ਚਰਨਾਂ ਵਿੱਚੋਂ ਮੰਗਦੇ ਹਾਂ। ਸਾਡੀਆਂ ਮੰਗ ਦੀਆਂ ਲਿਸਟਾਂ ਬੜੀਆਂ ਲੰਬੀਆਂ ਹੁੰਦੀਆਂ ਨੇ, ਪਰ ਜਦੋਂ ਗੱਲ ਗੁਰੂ ਦੇ ਹੁਕਮ ਨੂੰ ਮੰਨਣ ਦੀ ਆਵੇ, ਸੱਚ ਇਹ ਹੈ ਵੀ ਅਸੀਂ ਕੋਈ ਵੀ ਸਤਿਗੁਰ ਦੇ ਹੁਕਮ ਨੂੰ ਮੰਨਣ ਦੇ ਲਈ ਤਿਆਰ ਨਹੀਂ। ਅਸੀਂ ਉਸ ਵੇਲੇ ਸੰਸਾਰ ਦੀਆਂ ਐਗਜ਼ਾਮਪਲਾਂ ਦਿੰਦੇ ਹਾਂ ਵੀ ਜੇ ਇਹ ਕੰਮ ਕਰ ਲਿਆ ਤੇ ਫਲਾਣਾ ਬੰਦਾ ਕੀ ਆਖੇਗਾ। ਤੁਸੀਂ ਕਿਸੇ ਇਨਸਾਨ, ਕਿਸੇ ਸੱਜਣ ਨੂੰ ਕਹਿ ਦਿਓ, ਭਾਈ ਤੇਰੀ ਉਮਰ ਵੇਖ ਕਿੰਨੀ ਲੰਘ ਗਈ ਹੈ, ਤੇਰੇ ਕੇਸ ਵੀ ਧੋਲੇ ਹੋਣੇ ਸ਼ੁਰੂ ਹੋ ਗਏ ਨੇ, ਹੁਣ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈ, ਘੱਟ ਤੋਂ ਘੱਟ ਹੁਣ ਤੇ ਅੰਮ੍ਰਿਤ ਛਕ ਲੈ, ਹੁਣ ਤੇ ਆਪਣੇ ਜੀਵਨ ਨੂੰ ਚੰਗਾ ਬਣਾ ਲੈ। ਪਰ ਉਹ ਇਨਸਾਨ ਅੱਗੋਂ ਬੜੀ ਹੋਛੀ ਜੀ ਐਗਜ਼ਾਮਪਲ ਦੇਗਾ ਸੰਸਾਰ ਵਿੱਚੋਂ ਕਿ ਕੀ ਕਰੀਏ ਭਾਈ ਸਾਹਿਬ ਜੀ, ਮੇਰਾ ਉੱਠਣਾ ਬੈਠਣਾ, ਮੇਰੀ ਸੰਗਤ, ਮੇਰਾ ਬਿਜ਼ਨਸ, ਮੇਰਾ ਵਪਾਰ ਐਸੇ ਲੋਕਾਂ ਨਾਲ ਹੈ ਜਿਹੜੇ ਖਾਂਦੇ ਪੀਂਦੇ ਨੇ। ਆਪਾਂ ਖਾਂਦੇ ਪੀਂਦੇ ਨਹੀਂ, ਪਰ ਉਹਨਾਂ ਨਾਲ ਬੈਠਣਾ ਪੈਂਦਾ ਹੈ। ਇਸ ਕਰਕੇ ਆਪਾਂ ਨੂੰ ਇਹ ਕੰਮ ਬੈਠ ਕੇ ਉਹਨਾਂ ਦੇ ਕੋਲੋਂ ਕੁਝ ਸਮਾਂ ਲੰਘਾਉਣਾ ਪੈਂਦਾ ਹੈ, ਗੁਜ਼ਾਰਨਾ ਪੈਂਦਾ ਹੈ। ਇਸ ਕਰਕੇ ਚੰਗਾ ਨਹੀਂ ਲੱਗਦਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਆਪਣੇ ਮਨ ਦੇ ਇਹ ਹੋਛੇਪਨ ਛੱਡ ਦੇ, ਆਪਣੇ ਮਨ ਦੀਆਂ ਸਿਆਣਪਾਂ ਦਾ ਤਿਆਗ ਕਰ ਦੇ, ਆਪਣੇ ਮਨ ਦੀਆਂ ਚਤੁਰਾਈਆਂ ਛੱਡ ਦੇ। ਜਿੰਨੀ ਦੇਰ ਤੱਕ ਨਹੀਂ ਛੱਡੇਗਾ, ਮੇਰੇ ਸਤਿਗੁਰ ਕਹਿੰਦੇ ਨੇ, ਉਨੀ ਦੇਰ ਤੱਕ ਤੈਨੂੰ ਅੰਦਰ ਜੋਤ ਪ੍ਰਮਾਤਮਾ ਦੀ ਨਜ਼ਰ ਨਹੀਂ ਆਏਗੀ। ਆ ਬੜੇ ਪਿਆਰੇ ਬਚਨ ਸਾਹਿਬ ਦੇ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਇਹ ਜਿਹੜਾ ਸਰੀਰ ਹੈ, ਸਤਿਗੁਰ ਕਹਿੰਦੇ ਨੇ, ਇਹ ਧਰਮ ਕਮਾਉਣ ਦੇ ਲਈ ਪ੍ਰਮਾਤਮਾ ਵੱਲੋਂ ਮਿਲੀ ਦਾਤ ਹੈ, ਜਿੰਦੇ ਅੰਦਰ ਸੱਚੇ ਪ੍ਰਮਾਤਮਾ ਦੀ ਜੋਤ ਹੈ। ਤੇ ਉਸ ਪ੍ਰਮਾਤਮਾ ਨੇ ਅੰਦਰ ਬੜੇ ਕੀਮਤੀ ਰਤਨ ਲੁਕਾਏ ਹੋਏ ਨੇ, ਜਿਹਨੂੰ ਬਾਬਾ ਨਾਨਕ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੇਰੀ ਮਤ ਵਿੱਚ ਨੇ ਕੀਮਤੀ ਰਤਨ, ਗਿਆਨ ਰੂਪੀ ਰਤਨ, ਗੁਣਾ ਰੂਪੀ ਰਤਨ, ਚੰਗਿਆਈਆਂ ਰੂਪੀ ਰਤਨ, ਜਿਹੜੇ ਤੇਰੇ ਅੰਦਰ ਨੂੰ ਪ੍ਰਮਾਤਮਾ ਦੇ ਉਸ ਕਰਮ ਨਾਲ, ਉਸ ਵਿਚਾਰ ਨਾਲ ਜੋੜਨਗੇ।
कि तेरा संसार ते आउणा सफल हो जाएगा, तेरी देही ये परमात्मा दे विच विलीन हो जाएगी, मिल जाएगी। हुण सतगुर कहंदे ने है सब कुछ अंदर, पर ये अपनी सियाणप नहीं छड्डना चाहता। हुण ये इंसान कहंदा है गुरु जी मैं चौंकड़ी मार के बैठा आराधना कर रहा, ये काम तुसी आप ही कर लो तो चंगा है। अगले शन रात लंघ गई, सवेर हुई तो कोई प्यार वाला सज्जन बड़े सोहने सोहने पकवान बना के अपने मालक गुरु के चरणों विच, उस फकीर के चरणों विच बेनती करन आया भी कृपा करो अज तुसी मेरे घर विच भोजन छको, मैं बड़े सोहने पकवान बनाए ने। हुण जदों इन्नी गल आखी, ये जिहड़ा गुरु सी इन्हें अपने चेले वाल इशारा किया। इशारा करन दी देर सी खड़ा हो गया, कहंदा गुरु जी तुसी चिंता ना करो, इन्हां दे घर मैं चला जाना। तुसी किथे जाओगे? इन्हां दे घर मैं चला जाना, तुहाडी थां ते मैं भोजन छक आना, कोई गल नहीं। सच है मनुख दा सुभाव बन चुका है, ये जिथे अपना मतलब पूरा हुंदा है ये परिवार नूं भी वरतदा है, ये संसार नूं भी वरतदा है, ये रिश्तेदारियां नूं भी वरतदा है, ये परमात्मा नूं भी वरतन तो गुरेज नहीं करता। पर जदों मतलब पूरा हो जाता है उदों सच विच ये अगों कह दिंदा है भी तू कौन ते मैं कौन। सतगुरु गुरु अमरदास पातशाह जी ने अज बड़े प्यारे बचन बख्शे ने। साहब कहंदे ने जियो निर्मल बारो निर्मल, तू जे रब नाल जुड़ना है ते तेनू अपने हिरदे नू निर्मल करना पेगा। वेखो साध संगत, कल भी आपां बचन सांझे कीते सन, जियो मैले बाहरों निर्मल। हिरदा मैला है, बाहर दी निर्मलता कोई मायने नहीं रखती। बाहरों बंदा कुचील भी होवे पर जे हिरदे करके पवित्र है ते गुरु नू अपनी गलवकड़ी विच लै लैंदा है। सतगुरु गुरु रामदास पातशाह जी, भाई जेठा जी, धन गुरु अमरदास पातशाह जी दे चरनां विच सेवा करते हैं। बौली की सेवा चल रही है गोइंदवाल साहब जी की धरती ते। गुरु रामदास पातशाह जी अजे गुरु नहीं बने। भाई जेठा जी वो अपने सिर ते जनाले छब ढोंदे ने, जिंदे अंदर घुंगणियां ने। सारा दिन किरत करन तो बाद शाम नूं आके बौली की सेवा करते ने। चिक्कड़ दी भरी हुई टोकरी सिर ते रखते ने ते ढोंदे ने। एक दिन सुभावक चिक्कड़ नाल लथपथ सन, सेवा करदियां कपड़े सारे गंदे हो गए ते माता जी ने धन गुरु अमरदास पातशाह जी दे महल ने सुभावक एक गल कही। धन गुरु अमरदास पातशाह जी नूं कि सिर दे साईं मेरे मालक अपनी बच्ची विआहण जोग हो गई है, किन्ना चंगा होवे जे उहदे लई कोई सोहना वर लभ्या जाए। ते गुरु अमरदास पातशाह जी ने सुभावक पुछ लिया भी वर किहो जिहा होना चाहिए, क्योंकि संसार दे अंदर इहो जिहा रिश्ता है साध संगत, जिन्हें संसार दे अंदर सिर्फ दुनियावी तल ते नहीं अध्यात्मक तल ते भी सतगुर ने इस रिश्ते नूं प्रवानगी चढ़ाउण दी गल कीती है। प्रवान तां चढ़ेगा जे ये दोवां पक्षां तो अपने जीवन विच अपनी जिम्मेदारी नूं संभालेगा। वेखो साहब दी बाणी दा एक बचन ने, धन पीर एह ना आखिर बहन इकट्ठे होए, एक जोत दोए मूर्ति धन पीर कहिए सोए। पति ते पत्नी वो नहीं जेड़े इकट्ठे हो के मिल बैठते ने, असल विच वो दुनियावी तौर ते हो सकते ने, पर आत्मक तौर ते जे वो आपस विच सोच करके मिले हुए नहीं ते साहब कहते ने वो सिर्फ मूर्तां दो ने। उन्हां दे अंदर जिन्नी देर तक जोत एक नहीं उन्नी देर तक कोई एक नहीं हो सकते। हुण धन गुरु अमरदास पातशाह जी ने कहा फिर किहो जिहा होना चाहिए, ते माता जी ने बचन के कहन लगे आ जिहड़ा बालक है ना सारा दिन बड़ी मेहनत करता है, शाम नूं सेवा भी करता है, ये सिर ते टोकरी भी ढोंदा है, इहदा जिहड़ा कारोबार है काम काज है वह भी अपना काम काज बड़ी जिम्मेदारी नाल निभांदा है, वेखण नूं भी बड़ा सोहना सुनखा है, इहो जिहा बालक होना चाहिए। ते गुरु अमरदास पातशाह जी कहते ने भागवान ने फिर इहो जिहा ते यही इहदे वर्गा कोई दूजा नहीं। सतगुरु गुरु अमरदास पातशाह जी दे कहण दा भाव सी कि इस बालक ने अपने अंदर नूं गुरु दे शब्द नाल जोड़ के पवित्र कर लिया। हुण इहदे वर्गा संसार ते कोई दूजा नहीं। धन गुरु ग्रंथ साहिब पातशाह जी इसे करके कह रहे ने, अज गुरु अमरदास कहते ने जियो निर्मल बारो निर्मल। जियो तो भाव है जिंद हिरदा। साहब कहते ने अपने मन नूं निर्मल कर, बाहरों निर्मल ते बाहरों भी पवित्र हो जाएगा।
ਜੇ ਤੇਰਾ ਮਨ ਨਿਰਮਲ ਹੈ ਤੇ ਤੂੰ ਬਾਹਰੋਂ ਵੀ ਨਿਰਮਲ। ਸਭ ਕਹਿੰਦੇ ਨੇ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਜਿਹੜਾ ਸਤਿਗੁਰ ਦੀ ਕਰਨੀ ਹੈ, ਸਤਿਗੁਰ ਦਾ ਉਪਦੇਸ਼ ਹੈ, ਸਭ ਕਹਿੰਦੇ ਨੇ ਉਸ ਕਰਨੀ ਨੂੰ, ਸਤਿਗੁਰ ਦੇ ਉਪਦੇਸ਼ ਨੂੰ ਕਮਾ। ਹਿਰਦੇ ਤੋਂ ਨਿਰਮਲ ਹੋ, ਬਾਹਰੋਂ ਵੀ ਪਵਿੱਤਰ ਹੋ। ਧਿਆਨ ਦੇਣਾ ਸਾਧ ਸੰਗਤ, ਧਰਮ ਦੀ ਦੁਨੀਆ ਦੇ ਵਿੱਚ ਆਦਿ ਕਾਲ ਤੋਂ ਬੰਦੇ ਨੇ ਬਾਹਰੀ ਪਵਿੱਤਰਤਾ ਨੂੰ ਬੜੀ ਤਰਜੀਹ ਦਿੱਤੀ। ਬਾਹਰੋਂ ਪਵਿੱਤਰ ਹੋਣ ਨੂੰ ਬੜਾ ਬੰਦੇ ਨੇ ਉੱਚਾ ਦਰਜਾ ਦਿੱਤਾ, ਪਰ ਆਪਣੇ ਹਿਰਦੇ ਕਰਕੇ ਨਿਰਮਲਤਾ ਨੂੰ ਬੰਦੇ ਨੇ ਕਦੀ ਨਹੀਂ ਧਿਆਨ ਦਿੱਤਾ, ਕਦੀ ਨਹੀਂ ਵੇਖਿਆ। ਇਹੀ ਕਾਰਨ ਹੈ ਆਦਿ ਕਾਲ ਤੋਂ ਧਾਰਮਿਕ ਗ੍ਰੰਥਾਂ ਦੇ ਅੰਦਰ ਸਿਰਫ ਬੰਦੇ ਦੇ ਬਾਹਰੀ ਪਵਿੱਤਰਤਾ ਦੀ ਗੱਲ ਕੀਤੀ ਗਈ। ਗੰਗਾ ਦਾ ਇਸ਼ਨਾਨ ਕਰਨਾ, ਤੀਰਥਾਂ ਦਾ ਇਸ਼ਨਾਨ ਕਰਨਾ, ਧਾਰਮਿਕ ਦੁਆਰਿਆਂ ਤੇ ਜਾ ਕੇ ਸਰੋਵਰਾਂ ਤੇ ਇਸ਼ਨਾਨ ਕਰਨਾ, ਇਹ ਸਿਰਫ ਇਸੇ ਕਰਕੇ ਸੀ ਵੀ ਬੰਦਾ ਬਾਹਰੀ ਤੌਰ ਤੇ ਸੁਚਮਤਾ ਨੂੰ, ਧਰਮ ਦੀ ਸੁਚਮਤਾ ਬੰਨੀ ਬੈਠਾ ਸੀ। ਇਹ ਕਹਿੰਦਾ ਸੀ ਬੰਦਾ ਤੀਰਥ ਤੇ ਇਸ਼ਨਾਨ ਕਰ ਲਵੇ, ਉਹਦੇ ਕਰਮ ਜਿਹੜੇ ਨੇ ਉਹ ਧੋਤੇ ਜਾਂਦੇ ਨੇ। ਸਤਿਗੁਰ ਕਹਿੰਦੇ ਨੇ ਐਸਾ ਕਦਾਚਿਤ ਨਹੀਂ। ਬਾਹਰੋਂ ਧੋਤਿਆਂ ਸਰੀਰ ਤੇ ਸਾਫ਼ ਹੋ ਜਾਏਗਾ, ਪਰ ਮਨ ਦੇ ਅੰਦਰ ਦੀ ਮੈਲ ਗੁਰੂ ਦੇ ਸ਼ਬਦ ਤੇ ਉਪਦੇਸ਼ ਤੋਂ ਬਿਨਾਂ ਧੁਲੇਗੀ ਨਹੀਂ। ਅੰਦਰ ਦੀ ਮੈਲ ਸਾਫ਼ ਕਰਨੀ ਹੈ ਤੇ ਤੈਨੂੰ ਗੁਰੂ ਦੇ ਸ਼ਬਦ ਨਾਲ ਜੁੜਨਾ ਪਏਗਾ। ਸਾਧ ਸੰਗਤ, ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਐਸਾ ਨਹੀਂ ਕਿ ਅਸੀਂ ਇਹ ਆਖੀਏ ਵੀ ਮਨ ਪਵਿੱਤਰ ਕਰਕੇ ਗੁਰੂ ਘਰ ਵਿੱਚ ਆਓ। ਮਨ ਮੈਲਾ ਹੈ, ਔਰ ਜਿੰਨੀ ਦੇਰ ਤੱਕ ਮਨ ਮੈਲਾ ਹੈ ਉਨੀ ਦੇਰ ਤੱਕ ਇਹ ਗੁਰੂ ਕੀ ਸ਼ਰਨ ਵਿੱਚ ਆ ਕੇ ਵੀ ਕਦੇ ਟਿਕਦਾ ਨਹੀਂ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਹੈ। ਬਾਬਾ ਜੀ ਕਹਿੰਦੇ ਨੇ ਕਿ ਮੇਰੇ ਮਾਲਕ ਜੀ, ਬਾਹਰ ਮੀਂਹ ਬੜਾ ਪੈਂਦਾ ਪਿਆ, ਗਲੀ ਦੇ ਵਿੱਚ ਚਿੱਕੜ ਹੈ, ਤੇ ਸਤਿਗੁਰ ਪਾਤਸ਼ਾਹ ਜੀ ਉਸ ਚਿੱਕੜ ਦੇ ਕਾਰਨ ਮੈਂ ਤੁਹਾਡੇ ਘਰ ਦੇ ਵਿੱਚ ਨਹੀਂ ਪਹੁੰਚ ਪਾ ਰਿਹਾ, ਤੁਹਾਡੇ ਦਰ ਤੇ ਨਹੀਂ ਆ ਪਾ ਰਿਹਾ। ਜੇ ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਕੱਪੜੇ ਭਿੱਜਦੇ ਨੇ, ਜੇ ਰਹਿਣਾ ਹਾਂ ਤੇ ਸਤਿਗੁਰ ਮੇਰਾ ਤੁਹਾਡੇ ਨਾਲੋਂ ਪਿਆਰ ਟੁੱਟਦਾ ਹੈ। ਅਸਲ ਵਿੱਚ ਬਾਬਾ ਜੀ ਕਹਿੰਦੇ ਨੇ ਸਤਿਗੁਰ ਜਿਹੜੀਆਂ ਗਲੀਆਂ ਨੇ, ਗਲੀਆਂ ਤੋਂ ਭਾਵੇਂ ਕੰਨ, ਨੱਕ, ਇਹ ਗਿਆਨ ਇੰਦਰੀ ਰਸਨਾ, ਇਹ ਚਿੱਕੜ ਦੇ ਨਾਲ, ਅਵਗੁਣਾਂ ਦੇ ਨਾਲ ਭਰੀਆਂ ਨੇ। ਇਹਨਾਂ ਨੇਤਰਾਂ ਨੂੰ ਅਜੇ ਵੇਖਣ ਦੀ ਸਮਝ ਨਹੀਂ ਆਈ ਕੀ ਵੇਖਣਾ ਹੈ। ਇਹਨਾਂ ਕੰਨਾਂ ਨੂੰ ਅਜੇ ਸੁਣਨ ਦੀ ਸੋਝੀ ਨਹੀਂ ਆਈ ਕੀ ਸੁਣਨਾ ਹੈ। ਇਸ ਜੀਭਾਂ ਨੂੰ ਅਜੇ ਬੋਲਣ ਦੀ ਲਿਆਕਤ ਨਹੀਂ ਆਈ ਕੀ ਬੋਲਣਾ ਹੈ। ਇਹ ਮੈਲੇ ਨੇ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਪਰ ਪ੍ਰਮਾਤਮਾ ਨਾਲ ਜਿਹਨੇ ਨੇ ਬਣਾ ਲਿਆ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਜੇ ਚੱਲਾਂਗਾ ਤੇ ਇਸ ਚਿੱਕੜ ਦੇ ਨਾਲ ਮੇਰੇ ਗਿਆਨ ਇੰਦਰੀ ਮੈਲੇ ਨੇ, ਇਸ ਮੈਲ ਦੇ ਨਾਲ ਮੇਰੇ ਤਨ ਨੂੰ ਇਹ ਮੈਲ ਲੱਗੇਗੀ। ਉਹ ਕਹਿੰਦਾ ਨਹੀਂ, ਮੈਂ ਚੱਲਾਂਗਾ ਜ਼ਰੂਰ, ਭਿੱਜੋ ਸਿਜੋ ਕੰਬਲੀ ਅੱਲਾ ਵਰਸੋ ਮੈਂ ਜਾਏ ਮਿਲਾ ਤਿਨਾ ਸਜਣਾ ਟੁੱਟੋ ਨਾਹੀ ਨੇ। ਕਿਉਂਕਿ ਇਸ ਤੋਂ ਬਿਨਾਂ ਕੋਈ ਦੂਜੀ ਬੰਦੇ ਕੋਲੋਂ ਰਸਤਾ ਹੈ ਹੀ ਨਹੀਂ। ਅਸੀਂ ਕਈ ਵਾਰੀ ਮਨ ਵਿੱਚ ਖਿਆਲ ਕਰਨੇ ਆ ਜਾਂ ਫਿਰ ਬਾਹਰੀ ਤੌਰ ਤੇ ਸਵਾਲ ਕਰਨੇ ਆ ਵੀ ਕੀ ਕਰੀਏ, ਗੁਰਦੁਆਰੇ ਜਾਂਦੇ ਆ, ਮਨ ਪਵਿੱਤਰ ਨਹੀਂ, ਮਨ ਪਵਿੱਤਰ ਕਿਵੇਂ ਕਰੀਏ। ਸਾਧ ਸੰਗਤ ਗਿਆਨੀ ਸੰਤ ਸਿੰਘ ਮਸ਼ਕੀਨ ਜੀ ਦੇ ਬੜੇ ਪਿਆਰੇ ਬੋਲ ਨੇ। ਉਹ ਕਹਿੰਦੇ ਨੇ ਜੇ ਮਨ ਪਵਿੱਤਰ ਹੀ ਹੋ ਗਿਆ ਫਿਰ ਗੁਰਦੁਆਰੇ ਜਾਣ ਦੀ ਜ਼ਰੂਰਤ ਕੀ ਹੈ। ਮਨ ਪਵਿੱਤਰ ਹੋ ਜਾਏ ਇਸੇ ਕਰਕੇ ਤੇ ਅਸੀਂ ਗੁਰਦੁਆਰੇ ਜਾਣਾ ਹੈ, ਗੁਰੂ ਦੇ ਦਰ ਤੇ ਜਾਣਾ ਹੀ ਇਸ ਕਰਕੇ ਵੀ ਮਨ ਪਵਿੱਤਰ ਹੋ ਜਾਏ। ਅਸੀਂ ਜਿੰਨੇ ਆਏ ਹਾਂ ਅਸੀਂ ਆਪਣੇ ਮਨ ਨੂੰ ਪਵਿੱਤਰ ਕਰਨ ਲਈ ਆਏ ਹਾਂ। ਜਿਵੇਂ ਸੋਨਾ ਕੁਠਾਲੀ ਵਿੱਚ ਪਾਇਆ ਟਿਕਦਾ ਨਹੀਂ, ਸ਼ੁੱਧ ਹੋਏ ਤੇ ਟਿਕ ਜਾਂਦਾ ਹੈ। ਕੱਲ ਵੀ ਆਪਾਂ ਐਗਜ਼ਾਮਪਲ ਸਤਿਗੁਰ ਕੀ ਪਾਵਨ ਬਾਣੀ ਵਿੱਚੋਂ ਲਈ ਸੀ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰੇ ਮਨ ਅੰਦਰ ਮੈਲ ਹੈ, ਇਹ ਗੁਰੂ ਦੀ ਗੋਦ ਵਿੱਚ ਬੈਠਿਆਂ ਹੋਇਆਂ ਵੀ ਟਿਕੇਗਾ ਨਹੀਂ, ਮੈਲ ਹੀ ਵੇਖੇਗਾ। ਪਰ ਇਹਨੂੰ ਸ਼ਬਦ ਦੀ ਤਾਪ ਦਿੰਦਾ ਰਹੇ। ਜਿਵੇਂ ਕੁਠਾਲੀ ਦੇ ਵਿੱਚ ਪਏ ਸੋਨੇ ਨੂੰ ਅੱਗ ਦੀ ਤਾਪ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਤੂੰ ਗੁਰੂ ਦੇ ਸ਼ਬਦ ਦੀ ਤਾਪ ਇਸ ਮਨ ਨੂੰ ਦੇ। ਸਭ ਕਹਿੰਦੇ ਨੇ ਸਮਾਂ ਪਾ ਕੇ ਤੇਰਾ ਇਹ ਮਨ ਟਿਕੇਗਾ ਜ਼ਰੂਰ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਉਹ ਤਾਕਤ ਹੈ, ਗੁਰੂ ਦੇ ਸ਼ਬਦ ਵਿੱਚ ਉਹ ਸਮਰੱਥ ਹੈ। ਜਿਵੇਂ ਅੱਗ ਦੇ ਵਿੱਚ ਤਾਪ ਹੈ, ਸਮਰੱਥ ਹੈ, ਉਹ ਅੱਗ ਅਸ਼ੁੱਧ ਸੋਨੇ ਦੀ ਮੈਲ ਨੂੰ ਮਾਰ ਕੇ ਉਹਨੂੰ ਟਿਕਾ ਦਿੰਦੀ ਹੈ। ਸਭ ਕਹਿੰਦੇ ਨੇ ਗੁਰੂ ਦਾ ਸ਼ਬਦ ਤੇਰੇ ਅੰਦਰ ਦੀ ਮੈਲ ਨੂੰ ਮਾਰ ਕੇ ਟਿਕਾ ਦੇਗਾ। ਪਰ ਤੂੰ ਅੰਦਰ ਖਾਤੇ ਇਹ ਨਾ ਸੋਚ ਕਿ ਨਹੀਂ ਮੈਂ ਗੁਰਦੁਆਰੇ ਗਿਆ ਪਰ ਬਣੀ ਗੱਲ ਨਹੀਂ, 10 ਸਾਲ ਹੋ ਗਏ ਨੇ, 5 ਸਾਲ ਹੋ ਗਏ ਨੇ। ਬੇਨਤੀ ਹੈ ਸਾਧ ਸੰਗਤ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਬੈਠੀਏ, ਮਨ ਟਿਕੇਗਾ ਜ਼ਰੂਰ। ਕਿਉਂਕਿ ਜਦੋਂ ਸ਼ਬਦ ਦਾ ਸੇਕ ਲੱਗੇਗਾ ਉਦੋਂ ਮਨ ਕਿਤੇ ਨਹੀਂ ਭੱਜੇਗਾ। ਹਾਂ, ਜੇ ਮਨ ਸੁਰਤ ਬਾਹਰ ਮੁਖੀ ਵਿਚਾਰਾਂ ਵਿੱਚ ਟੁਰਦੀ ਪਈ ਹੈ
ਇਹ ਕਿਸੇ ਹੋਰ ਖਿਆਲਾਤ ਵਿੱਚ ਹੈ, ਫਿਰ ਇਹਨੂੰ ਟਿਕਾਣਾ ਪਏਗਾ। ਮਨ ਪਰਦੇਸੀ ਵੇ ਅੜਿਆ ਆਓ ਘਰੇ, ਇਹ ਮੇਰੇ ਪਰਦੇਸੀ ਮਨ ਤੂੰ ਬਾਹਰ ਨਾ ਭਟਕ, ਤੂੰ ਨਿਜ ਘਰ ਵਿੱਚ ਟਿਕ ਜਾ। ਪਰ ਸਤਿਗੁਰ ਜੀ ਤਾਂ ਹੀ ਕਹਿ ਰਹੇ ਨੇ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰ ਦੇ ਉਪਦੇਸ਼ ਨੂੰ ਕਮਾ, ਕੂੜ ਕੀ ਸੋਏ ਪਹੁੰਚੈ ਨਾਹੀ। ਪਾਤਸ਼ਾਹ ਕਹਿੰਦੇ ਨੇ ਫਿਰ ਕੂੜ ਦੀ, ਝੂਠ ਦੀ ਲਾਗ, ਮਾਇਆ ਦੀ ਲਾਗ ਤੇਰੇ ਕੋਲੋਂ ਨਹੀਂ ਪਹੁੰਚੇਗੀ। ਭਾਵ ਝੂਠ ਦਾ ਸੇਕ ਤੇਰੇ ਮਨ ਨੂੰ ਨਹੀਂ ਲੱਗੇਗਾ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਤੇਰੇ ਮਨ ਦੇ ਅੰਦਰ ਦੀ ਜਿਹੜੀ ਮਨਸਾ ਹੈ, ਤੇਰੇ ਮਨ ਦੇ ਅੰਦਰ ਦੀ ਜਿਹੜੀ ਸੁਰਤ ਹੈ, ਉਹ ਫਿਰ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਏਗੀ। ਉਹ ਬਾਹਰਮੁਖੀ ਪਦਾਰਥਾਂ ਵਿੱਚ ਨਹੀਂ ਭਟਕੇਗੀ, ਉਹ ਗੁਰੂ ਦੇ ਉਪਦੇਸ਼ ਨਾਲ ਟਿਕ ਜਾਏਗੀ। ਉਹਦੇ ਅੰਦਰ ਗੁਰੂ ਦੇ ਸ਼ਬਦ ਦੀ ਕਲਾ ਐਸੀ ਵਰਤੇਗੀ ਵੀ ਹੁਣ ਉਹ ਕਿਤੇ ਬਾਹਰ ਨਹੀਂ ਭਟਕੇਗੀ, ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਏਗੀ। ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ ਆਉਂਦੇ ਨੇ। ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਭਾਈ ਲਹਿਣਾ ਦੇ ਮਨ ਅੰਦਰ ਸਿਰਫ ਇੱਕ ਚੇਟਕ ਸੀ, ਇੱਕ ਅੰਦਰ ਲਗਨ ਸੀ, ਮੈਂ ਗੁਰੂ ਨਾਲ ਜੁੜਨਾ ਹੈ। ਉਹਨਾਂ ਦੇ ਅੰਦਰ ਦੀ ਉਸ ਲਗਨ ਨੇ ਉਹਨਾਂ ਦੇ ਸਾਰੇ ਸੰਸਾਰ ਦੇ ਵਰਤਾਵ ਚੇਂਜ ਕਰ ਦਿੱਤੇ, ਬਦਲ ਦਿੱਤੇ। ਬੜੇ ਸੋਹਣੇ ਵਪਾਰੀ ਨੇ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਦੌਲਤ ਹੈ, ਸ਼ੋਹਰਤ ਹੈ, ਇੱਜ਼ਤ ਹੈ, ਮਾਣ ਹੈ, ਵਡਿਆਈ ਹੈ, ਸੰਸਾਰ ਵਿੱਚ ਚੰਗਾ ਰੁਤਬਾ ਹੈ, ਪਰ ਸਭ ਕੁਝ ਤਿਆਗ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਹੁਕਮ ਨੂੰ ਕਮਾਉਣ ਦੇ ਲਈ ਤਤਪਰ ਹੋ ਗਏ। ਜੋ ਗੁਰੂ ਨੇ ਹੁਕਮ ਕੀਤਾ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਸੱਚ ਵਿੱਚ ਜੇ ਗੁਰੂ ਨਾਲ ਜੁੜਨਾ ਹੈ, ਮੈਂ ਅਕਸਰ ਬੇਨਤੀ ਕਰਨਾ ਸਾਧ ਸੰਗਤ ਜੀ, ਇਸੇ ਤਰ੍ਹਾਂ ਸਾਨੂੰ ਆਪਣੀ ਸਿਆਣਪ, ਮਾਨ, ਚਤੁਰਾਈਆਂ, ਬਾਹਰਮੁਖੀ ਇਹ ਜਿੰਨੀ ਵਡਿਆਈ ਉਹਨੂੰ ਤਿਆਗਣਾ ਪਏਗਾ। ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆ ਹਰ ਇਨਸਾਨ ਉਹ ਇੰਨੀ ਗੱਲ ਸਮਝ ਲਏ ਵੀ ਜੇ ਗੁਰੂ ਦੇ ਉਪਦੇਸ਼ ਨੂੰ ਕਮਾਣਾ ਹੈ ਤੇ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਨਾ ਪੈਣਾ ਹੈ। ਤਾਂ ਹੀ ਸਾਹਿਬ ਕਹਿੰਦੇ ਨੇ, ਕੂੜ ਕੀ ਸੋਏ ਪਹੁੰਚੈ ਨਾਹੀ। ਉਹਦੇ ਕੋਲੋਂ ਕੂੜ ਦੀ ਸੋਏ ਨਹੀਂ ਪਹੁੰਚੇਗੀ। ਕੂੜ ਦੀ ਮਤਲਬ ਝੂਠ ਦੀ ਸੋਏ, ਮਾਇਆ ਦੀ ਖਿੱਚ ਉਹਦੇ ਅੰਦਰ ਨੂੰ ਖਿੱਚੇਗੀ ਨਹੀਂ। ਉਹ ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਵਾਨ ਹੋ ਜਾਏਗਾ, ਕਿਉਂਕਿ ਉਹਦੀ ਮਨ ਦੇ ਅੰਦਰ ਦੀਆਂ ਤਰੰਗਾਂ ਸਤਿਗੁਰ ਦੇ ਸ਼ਬਦ ਨਾਲ ਜੁੜ ਜਾਣਗੀਆਂ। ਜਨਮ ਰਤਨ ਜਿਨੀ ਖਟਿਆ, ਗੁਰੂ ਅਮਰਦਾਸ ਕਹਿੰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਰੂਪੀ ਰਤਨ ਨੂੰ, ਜਨਮ ਰੂਪੀ ਰਤਨ ਨੂੰ ਜਿਨ੍ਹਾਂ ਨੇ ਕਮਾ ਲਿਆ, ਸਤਿਗੁਰ ਨੇ ਇਸ ਜੀਵਨ ਨੂੰ ਰਤਨ ਦੀ ਸੰਗਿਆ ਦਿੱਤੀ ਹੈ। ਬਾਬਾ ਜੀ ਕਹਿੰਦੇ ਨੇ ਇਹ ਜੀਵਨ ਬੜਾ ਅਮੋਲਕ ਹੈ। ਸਤਿਗੁਰ ਕਹਿੰਦੇ ਨੇ ਇੰਨਾ ਅਮੋਲਕ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੁਏ ਗਿਰੇ ਬਹੁਰ ਨਾ ਲਾਗੇ ਡਾਰ। ਜਿਵੇਂ ਰੁੱਖ ਤੇ ਲੱਗਾ ਹੋਇਆ ਫਲ ਟੁੱਟ ਕੇ ਥੱਲੇ ਡਿੱਗ ਪਵੇ, ਦੁਬਾਰਾ ਰੁੱਖ ਨਾਲ ਨਹੀਂ ਜੁੜਦਾ। ਸਭ ਕਹਿੰਦੇ ਨੇ ਜਿਹੜਾ ਤਨ ਇੱਕ ਵਾਰ ਗੁਰੂ ਤੋਂ ਟੁੱਟ ਕੇ ਤੇ ਸੰਸਾਰ ਅੰਦਰ ਖਵਾਰ ਹੋ ਗਿਆ, ਇਹ ਗੱਲ ਚੇਤੇ ਰੱਖੀ, ਜਿਹੜਾ ਜੀਵਨ ਤੈਨੂੰ ਮਿਲਿਆ ਜੇ ਇਹ ਵਿਅਰਥ ਚਲਾ ਗਿਆ, ਪਤਾ ਨਹੀਂ ਮੁੜ ਕੇ ਦੁਬਾਰਾ ਤੈਨੂੰ ਇਹ ਮਨੁੱਖਾ ਜੀਵਨ ਕਿਦੋਂ ਮਿਲਣਾ ਹੈ। ਬਾਬਾ ਜੀ ਕਹਿੰਦੇ ਨੇ ਬੜਾ ਲੰਮਾ ਗੇੜ ਹੈ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜਾ ਲੰਮਾ ਗੇੜ ਹੈ, ਪਤਾ ਨਹੀਂ ਮੁੜ ਕੇ ਉਹ ਸਮਾਂ ਕਿਦੋਂ ਆਵੇ। ਆਪਣੇ ਅੰਦਰ ਇਸ ਜਨਮ ਰੂਪੀ ਰਤਨ ਦੇ ਅੰਦਰ, ਜਿਹੜੇ ਅੰਦਰ ਜਵਾਹਰ ਮਾਨਕ ਨੇ, ਮਤ ਵਿੱਚ ਰਤਨ ਜਵਾਹਰ ਮਾਨਕ, ਉਹਨਾਂ ਨੂੰ ਗੁਰੂ ਦੀ ਸਿੱਖਿਆ ਨਾਲ ਅੰਦਰੋਂ ਪ੍ਰਗਟ ਕਰ, ਉਹਨਾਂ ਨੂੰ ਗੁਰੂ ਦੀ ਸ਼ਬਦ ਦੀ ਸਿੱਖਿਆ ਨਾਲ ਅੰਦਰੋਂ ਉਜਾਗਰ ਕਰ, ਪ੍ਰਗਟ ਕਰ। ਜਦੋਂ ਪ੍ਰਗਟ ਹੋਣਗੇ, ਸਾਹਿਬ ਕਹਿੰਦੇ ਨੇ ਭਲੇ ਸੇਵਣ ਜਾਰੇ, ਉਹ ਵਪਾਰੀ ਭਲੇ ਹੁੰਦੇ ਨੇ ਜਿਹੜੇ ਆਪਣੇ ਅੰਦਰੋਂ ਜਨਮ ਰੂਪੀ ਰਤਨ ਨੂੰ ਖੱਟ ਲੈਂਦੇ ਨੇ, ਜੋ ਆਪਣੇ ਜੀਵਨ ਰੂਪੀ ਰਤਨ ਨੂੰ ਪ੍ਰਵਾਨ ਚੜਾ ਲੈਂਦੇ ਨੇ, ਜੋ ਜੀਵਨ ਨੂੰ ਅਜਾਏ ਨਹੀਂ ਗਵਾਉਂਦੇ, ਜਿਨ੍ਹਾਂ ਨੂੰ ਇਸ ਜੀਵਨ ਦੀ ਕੀਮਤ ਸਮਝ ਵਿੱਚ ਆ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਬਾਬਾ ਜੀ ਦੇ ਸ਼ਬਦ ਸਮਝ ਵਿੱਚ ਆ ਜਾਂਦੇ ਨੇ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇਂ, ਅਮੁੱਲ ਲੈ ਜਾਹੇ, ਅਮੁੱਲ ਪਾਏ, ਅਮੁੱਲਾ ਸਮਾਹੇ। ਫਿਰ ਉਹ ਅਮੁੱਲ ਗੁਣਾਂ ਦੇ ਵਿੱਚ ਲੀਨ ਹੋ ਜਾਂਦੇ ਨੇ। ਤੇ ਅੰਤ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿ ਨਾਨਕ ਜਿਨ ਮਨ ਨਿਰਮਲ। ਇਹ ਨਾਨਕ ਜੀ ਆਖ, ਜਿਨੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਆਪਣੇ ਮਨ ਨੂੰ ਪਵਿੱਤਰ ਕਰ ਲਿਆ, ਸਦਾ ਰਹੇ ਗੁਰ ਨਾਲੇ। ਉਹ ਸਦਾ ਗੁਰੂ ਦੇ ਉਪਦੇਸ਼ ਨਾਲ ਜੁੜੇ ਰਹਿੰਦੇ ਨੇ, ਉਹ ਕਦੇ ਸਤਿਗੁਰ ਦੇ ਉਪਦੇਸ਼ ਤੋਂ ਬਾਹਰ ਨਹੀਂ ਹੁੰਦੇ। ਉਹਨਾਂ ਦਾ ਉੱਠਣਾ ਗੁਰੂ ਦੀ ਰਜ਼ਾ ਵਿੱਚ ਹੁੰਦਾ ਹੈ, ਉਹਨਾਂ ਦਾ ਬੈਠਣਾ ਗੁਰੂ ਦੀ ਰਜ਼ਾ ਵਿੱਚ ਹੁੰਦਾ ਹੈ। ਉਹਨੂੰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ, ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਬਚਨ। ਪਾਤਸ਼ਾਹ ਜੀ ਕਹਿੰਦੇ ਨੇ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ,
राख प्रभु पावे मार, लोकन की चतुराई उपमा ते बै संतर जार। कोई भला कहो भावें बुरा कहो, हम तन दियो है डार। ਉਹਨੂੰ ਭਗਤ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਣਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਸਾਹਿਬ ਕਹਿੰਦੇ ਨੇ ਸਦਾ ਰਹੇ ਗੁਰ ਨਾਲੇ, ਉਹ ਸਦਾ ਗੁਰੂ ਨਾਲ ਜੁੜ ਜਾਂਦੇ ਨੇ। ਸਾਧ ਸੰਗਤ, ਇਹ ਦੋ ਵਿਚਾਰਾਂ ਨੇ ਪਿਛਲੀਆਂ ਦੋ ਪੌੜੀਆਂ ਦੇ ਅੰਦਰ, 19 ਨੰਬਰ ਪੌੜੀ ਤੇ 20 ਨੰਬਰ ਪੌੜੀ। 19 ਨੰਬਰ ਪੌੜੀ ਵਿੱਚ ਸਾਹਿਬ ਨੇ ਆਖਿਆ ਅੰਦਰੋਂ ਮੈਲਾ ਹੈ, ਬਾਹਰ ਦੀ ਪਵਿੱਤਰਤਾ ਕਿਸ ਕੰਮ ਦੀ। ਤੇ ਦੂਸਰੀ ਪੌੜੀ ਵਿੱਚ ਫਿਰ ਸਤਿਗੁਰ ਨੇ ਆਖਿਆ ਅੰਦਰੋਂ ਵੀ ਪਵਿੱਤਰ ਹੋ ਤੇ ਬਾਹਰੋਂ ਵੀ ਪਵਿੱਤਰ ਹੋ। ਭਾਵ ਜਿਹੋ ਜੀ ਤੇਰੀ ਕਰਨੀ ਸੋਚ ਅੰਦਰ ਏ, ਉਹੋ ਜਿਹਾ ਵਰਤਾਵਾ ਤੂੰ ਸੰਸਾਰ ਵਿੱਚ ਲੈ ਕੇ ਆ। ਐਸਾ ਨਾ ਹੋਵੇ ਬਾਹਰੋਂ ਸਿਰਫ ਜੀਵਨ ਦੀ ਖਾਵਟ ਦਾ ਬਣ ਜਾਏ, ਅੰਦਰ ਕਪਟ ਨਾਲ ਤੇ ਛਲ ਨਾਲ ਭਰਿਆ ਹੋਵੇ। ਨਹੀਂ, ਸਾਹਿਬ ਕਹਿੰਦੇ ਨੇ ਅੰਦਰੋਂ ਤੇ ਬਾਹਰੋਂ ਇੱਕ ਬਣ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੰਨ ਮੁਸੱਲਾ ਸੂਫ ਗਲ ਦਿਲ ਕਾਦੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਵਾਲਾ ਜੀਵਨ ਨਹੀਂ ਬਣਨਾ ਚਾਹੀਦਾ। ਇੱਕ ਮੋਢੇ ਤੇ ਮੁਸੱਲਾ ਵੀ ਰੱਖਿਆ ਹੈ, ਨਮਾਜ਼ ਵੀ ਪੜ੍ਹਦਾ ਹੈ, ਪਰ ਜਦੋਂ ਵਸ ਲੱਗਦਾ ਹੈ ਇਸ ਜੀਭ ਦੇ ਨਾਲ ਲੋਕਾਂ ਦੇ ਅਵਗਣ ਹੀ ਕੱਢਦਾ ਹੈ, ਅਵਗਣ ਹੀ ਪੜ੍ਹਦਾ ਹੈ, ਗੁਣਾਂ ਦੀ ਗੱਲ ਕਦੀ ਕਰਦਾ ਹੀ ਨਹੀਂ। ਸਾਹਿਬ ਕਹਿੰਦੇ ਨੇ ਨਹੀਂ, ਅੰਦਰੋਂ ਵੀ ਪਵਿੱਤਰ ਹੋ ਤੇ ਬਾਹਰੋਂ ਵੀ ਪਵਿੱਤਰ ਹੋ। ਜਦੋਂ ਅੰਦਰੋਂ ਤੇ ਬਾਹਰੋਂ ਪਵਿੱਤਰ ਹੋਏਗਾ ਫਿਰ ਤੂੰ ਸਦਾ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਰਹੇਗਾ। ਕੋਈ ਦੁਨੀਆ ਦੀ ਤਾਕਤ ਤੈਨੂੰ ਗੁਰੂ ਦੇ ਸ਼ਬਦ ਨਾਲੋਂ, ਗੁਰੂ ਦੇ ਉਪਦੇਸ਼ ਨਾਲੋਂ, ਗੁਰੂ ਦੇ ਚਰਨਾਂ ਨਾਲੋਂ ਵੱਖ ਨਹੀਂ ਕਰ ਸਕਦੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਨ, ਆਪਣੇ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣ